ਇਹ ਸਿੱਖ ਪੰਥ ਦੀ ਮਾਨਸਿਕ ਲੈਵਲ ਤੇ ਧਾਰਮਿਕ ਲੈਵਲ ਤੇ ਜਿਹੜੀ ਗੁਲਾਮੀ ਹੈ ਉਹਦਾ ਹੀ ਇਹ ਪ੍ਰਤੀਕ ਹੈ। ਇੱਕ ਛੋਟੇ ਜਿਹੇ ਟਾਈਨੀ ਜਿਹੇ ਫਿਰਕੇ ਦਾ ਸਿੱਖਾਂ ਦਾ ਉਹ ਐਕਟ ਵਿੱਚ ਉਹਨਾਂ ਦਾ ਧਾਰਮਿਕ ਸਾਰਾ ਅਦਾਰੇ ਵੱਜੇ ਹੋਏ ਆ। ਇਹ ਸਭ ਤੋਂ ਮਾੜੀ ਗੱਲਬਾਤ ਹੈ। ਬਾਕੀ ਇੱਥੇ ਇੰਡੀਆ ਦੇ ਵਿੱਚ ਨਾ ਕੋਈ ਹਿੰਦੂ ਧਰਮ ਲਈ ਐਕਟ ਹੈ, ਨਾ ਮੁਸਲਮਾਨਾਂ ਲਈ ਐਕਟ ਹੈ ਕੋਈ, ਤੇ ਨਾ ਈਸਾਈਆਂ ਲਈ ਹੈ, ਨਾ ਪਾਰਸੀਆਂ ਲਈ ਹੈ, ਕਿਸੇ ਲਈ ਨਹੀਂ। ਤੇ ਇਹਨਾਂ ਲਈ ਕਿਉਂ? ਭਗਵੰਤ ਮਾਨ ਨੂੰ ਵੀ ਮੌਕਾ ਮਿਲਿਆ, ਇਹ ਉਹਦਾ ਪੋਲੀਟੀਕਲ ਮੂਵ ਹੈ। ਕਿੰਨਾ ਕੁ ਸਿੰਸੀਅਰ ਹੈ, ਕਿੰਨਾ ਕੁ ਹੋਵੇਗਾ, ਐਕਟ ਲਾਗੂ ਹੋਵੇਗਾ ਨਹੀਂ ਹੋਵੇਗਾ ਦੇਖਿਆ ਜਾਏਗਾ। ਪਰ ਫਿਲਹਾਲ ਉਸਨੇ ਪੋਲੀਟੀਕਲ ਮਾਈਲੇਜ ਲੈਣਾ ਹੈ, ਅਕਾਲੀ ਦਲ ਨੂੰ ਥੱਲੇ ਲਿਆਉਣਾ ਹੈ। ਅੰਮ੍ਰਿਤਪਾਲ ਵਾਲਾ ਇਨਸੀਡੈਂਟ ਤੇ ਦੇਖ ਲਓ, ਹੁਣ ਕੁਛ ਦਿਨ ਬਦਲ ਗਏ ਆ, ਸਾਰਾ ਕੁਛ ਨਹੀਂ ਹੋਇਆ ਉਹਦੇ ਤੇ, ਕੋਈ ਸੜਕਾਂ ਤੇ ਨਹੀਂ ਉਤਰਿਆ। ਇਸ ਦੇ ਉੱਤੇ ਵੀ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਬਿਆਨਬਾਜ਼ੀ ਕਰੀ ਜਾਣ, ਕੁਛ ਨਹੀਂ ਇਹਦੇ ਤੇ ਕੋਈ ਮੋਰਚਾ ਨਹੀਂ ਲੱਗਣਾ, ਮੋਰਚਾ ਕਾਮਯਾਬ ਨਹੀਂ ਹੋਣਾ। ਬਹੁਤਾ ਟਕਰਾਅ ਵਾਲੀ ਗੱਲ ਨਹੀਂ। ਜਿਹੜੇ ਲੋਕ ਕਹਿੰਦੇ ਵੀ ਇਹਦੇ 'ਚੋਂ ਮਿਲੀਟੈਂਸੀ ਨਿਕਲੇ ਉਹ ਪੰਜਾਬ 'ਚ, ਕਈ ਲੈਫਟ ਵਾਲੇ ਬੰਦੇ ਇੱਥੋਂ ਤੱਕ ਵੀ ਕਹਿੰਦੇ ਕੁਛ ਨਹੀਂ ਨਿਕਲਦਾ ਇਹਦੇ 'ਚੋਂ। ਸਿੱਖਾਂ ਵਿੱਚ ਜਿਹੜੇ ਪੰਥਕ ਮੁੱਦੇ ਨੇ ਜੀ, ਜਿਹੜੇ ਸਾਰਿਆਂ ਸਰਬ ਸਾਂਝੇ ਮੁੱਦੇ ਨੇ, ਉਹਨਾਂ ਦੇ ਉੱਤੇ ਲੈ ਕੇ ਕਦੇ ਸਹਿਮਤੀ ਬਣਦੀ ਹੋਈ ਨਹੀਂ ਜੀ। ਇੱਕ ਪਰਿਵਾਰ ਕੋਲੇ ਜਾ ਵੜਿਆ ਪੰਥ, ਅਸੀਂ ਉਹਨੂੰ ਪੰਥ ਨਹੀਂ ਕਹਿ ਸਕਦੇ ਕਿ ਨਾ ਅਕਾਲੀ ਦਲ। ਜਥੇਦਾਰ ਧਿਆਨ ਸਿੰਘ ਮੰਡ ਜੀ, ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਸਾਡੇ ਅੱਗੇ ਪੇਸ਼ ਹੋਣ ਜੀ। ਉਹਨਾਂ ਨੇ ਇਹ ਗੱਲ ਦੀ ਕਹੀ ਹੈ ਇਸ ਮੁੱਦੇ ਤੋਂ ਬਾਅਦ, ਸੋਧ ਤੋਂ ਬਾਅਦ, ਤਾਂ ਜਿਸ ਤਰ੍ਹਾਂ ਉਹਨਾਂ ਨੇ ਬੋਲਬਾਣੀ ਕਰ ਰਹੀ ਹੈ, ਇਸ ਚੀਜ਼ ਦੀ ਕੋਈ ਅਹਿਮੀਅਤ ਹੈ ਜੀ? ਧਰਮ ਦੇ ਲੈਵਲ ਦੇ ਕੰਪੀਟੀਸ਼ਨ ਕਰਕੇ ਦਿਖਾਉਣਾ ਵੀ ਅਸੀਂ ਜ਼ਿਆਦਾ ਧਾਰਮਿਕ ਆ, ਅਸੀਂ ਤੁਹਾਡੇ ਨਾਲ ਅੱਗੇ ਗੱਲ ਕਰਾਂਗੇ, ਤੇ ਲਾਈਮਲਾਈਟ 'ਚ ਆਉਣ ਦੀ ਗੱਲ ਹੈ। ਬਹੁਤੀ ਐਵੇਂ ਸ਼ੋਹਰਤ ਲੈਣ ਦੀ ਗੱਲ ਹੈ ਕੁਝ ਦਿਨਾਂ ਦੇ ਲਈ ਧਾਰਮਿਕ ਲੈਵਲ ਤੇ ਆਮ ਆਦਮੀ ਤਾਂ ਕੋਈ ਮੈਨੀਫੈਸਟੋ ਨਹੀਂ ਲੈ ਕੇ ਆਈ, ਕੋਈ ਏਜੰਡਾ ਨਹੀਂ ਲੈ ਕੇ ਆਈ। ਅਸੀਂ ਦੇਵਾਂਗੇ ਕਲੀਨ ਐਡਮਿਨਿਸਟ੍ਰੇਸ਼ਨ, ਦੇਵਾਂਗੇ ਕਲੀਨ ਦੇਵਾਂਗੇ, ਉਹ ਕਲੀਨ ਕਿੰਨੀ ਕੁ ਦੇ ਰਹੇ ਆ ਤੁਹਾਡੇ ਸਾਹਮਣੇ ਹੀ ਹੈ। ਰੈਡ ਐਫਐਮ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸ਼ੁਭਕਰਮਨ ਸਿੰਘ ਢਾਲੀਵਾਲ। ਪੰਜਾਬ ਦੀ ਰਾਜਨੀਤੀ ਦੇ ਅੰਦਰ ਘਮਾਸਾਨ ਮੱਚਿਆ ਹੋਇਆ ਹੈ, ਖਾਸ ਤੌਰ ਤੇ ਜਦੋਂ ਤੋਂ ਪੰਜਾਬ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ ਦੇ ਅੰਦਰ ਸੋਧ ਕੀਤਾ ਹੈ। ਕੁਝ ਧਿਰਾਂ ਇਹਦੇ ਹੱਕ ਵਿੱਚ ਨੇ, ਕੁਝ ਧਿਰਾਂ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਨੇ। ਅੱਜ ਸਾਡੇ ਨਾਲ ਨੇ ਪੰਜਾਬ ਪੋਲਿਟਿਕਸ ਦੇ ਮਾਹਰ ਸਰਦਾਰ ਜਸਪਾਲ ਸਿੰਘ ਸਿੱਧੂ ਜੀ। ਸਿੱਧੂ ਸਾਹਿਬ ਨੇ ਜਦੋਂ ਪੰਜਾਬ 'ਚ ਉਥਲ-ਪੁਥਲ ਦਾ ਸਮਾਂ ਸੀ ਜਾਂ ਖਾੜਕੂਵਾਦ ਦਾ ਜਦੋਂ ਜ਼ੋਰ ਸੀ, ਉਸ ਚੀਜ਼ ਨੂੰ ਬਹੁਤ ਨੇੜਿਓਂ ਕਵਰ ਵੀ ਕੀਤਾ, ਉਹਦੇ 'ਤੇ ਰਿਪੋਰਟਿੰਗ ਵੀ ਕੀਤੀ ਹੈ ਤੇ ਉਹਤੇ ਕਿਤਾਬਾਂ ਵੀ ਲਿਖੀਆਂ ਨੇ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਵੀ ਜਿਹੜੇ ਪੰਥਕ ਮਸਲੇ ਅੱਜ ਦੇ ਟਾਈਮ 'ਚ ਲਾਈਮਲਾਈਟ 'ਚ ਨੇ, ਉਹਨਾਂ ਦਾ ਕੀ ਮਤਲਬ ਹੈ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਰੈਡ ਐਫਐਮ 'ਚ। ਧੰਨਵਾਦ, ਸ਼ੁਕਰੀਆ। ਜਸਪਾਲ ਸਿੰਘ ਜੀ, ਜਿਵੇਂ ਕਿ ਅਸੀਂ ਦੇਖ ਰਹੇ ਹਾਂ, ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਕੰਟਰੋਵਰਸੀ ਹੋਈ ਜੀ। ਇੱਕਦਮ ਉਹ ਜਾਂਦੇ ਨੇ, ਉਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ ਉਹਨਾਂ ਦੇ ਪਿੱਛੋਂ, ਤੇ ਉਹਨਾਂ ਦੀ ਫਿਰ ਪ੍ਰੈਸ ਕਾਨਫਰੰਸ ਹੁੰਦੀ ਹੈ ਹਾਲ ਹੀ ਵਿੱਚ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਮੇਰੇ ਉੱਤੇ ਕਿਸੇ ਕਿਸਮ ਦਾ ਰਾਜਨੀਤਿਕ ਦਬਾਅ ਸੀ, ਜਿਸ ਕਰਕੇ ਮੈਨੂੰ ਇਹ ਅਹੁਦਾ ਛੱਡਣਾ ਪਿਆ। ਕਿਸ ਤਰ੍ਹਾਂ ਦਾ ਰਾਜਨੀਤਿਕ ਦਬਾਅ ਉਹਨਾਂ ਤੇ ਹੋ ਸਕਦਾ ਹੈ ਜੀ? ਇਹਦੇ ਪਿੱਛੇ ਕੀ ਮਤਲਬ ਲੱਗਦਾ ਉਹਨਾਂ ਦੀ ਗੱਲ ਜੋ ਕਹੀ ਹੈ ਉਹਨਾਂ ਨੇ? ਦੇਖੋ, ਮੈਂ ਉਹਨਾਂ ਦੀ ਇੰਟਰਵਿਊ ਸੁਣੀ ਹੈ। ਉਹਨਾਂ ਨੇ ਕਿਹਾ ਵੀ ਰਾਜਨੀਤਿਕ ਦਬਾਅ ਤਾਂ ਹਮੇਸ਼ਾ ਹੀ ਰਹਿੰਦਾ। ਮੈਂ ਪੌਣੇ 5 ਸਾਲ ਇੱਥੇ ਅਕਾਲ ਤਖਤ ਦੇ ਜਥੇਦਾਰ ਰਿਹਾ। ਗਿਆਨੀ ਹਰਪ੍ਰੀਤ ਸਿੰਘ ਨੂੰ ਐਕਟਿੰਗ ਜਥੇਦਾਰ ਰੱਖਣਾ ਹੀ ਆਪਣੇ ਆਪ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ। ਐਕਟਿੰਗ ਤੇ ਇਸ ਕਿਸਮ ਦੀ ਗੱਲਬਾਤ ਵੀ ਕੌਣ ਪੂਰਾ ਤੇ ਕੌਣ ਐਕਟਿੰਗ ਹੈ, ਇਹ ਕਦੇ ਨਹੀਂ ਚਾਹੀਦਾ। ਚਲੋ, ਉਹਨਾਂ ਨੇ ਐਕਟਿੰਗ ਰੱਖਿਆ। ਸਵਾਲ ਇਹ ਹੋ ਗਿਆ ਵੀ ਅਕਾਲ ਤਖਤ ਦਾ ਜਿਹੜਾ ਜਥੇਦਾਰ ਹੈ, ਉਹਦੀ ਜਿਹੜੀ ਪੋਜੀਸ਼ਨ ਹੈ ਡਿਫਰੈਂਟ ਹੋਣੀ ਚਾਹੀਦੀ ਹੈ। ਉਹਦਾ ਜਿਹੜਾ ਅਪੁਆਇੰਟਮੈਂਟ ਨਿਯੁਕਤ ਕਰਨ ਦਾ ਤੌਰ ਤਰੀਕਾ ਤੇ ਉਹਨੂੰ ਹਟਾਉਣ ਦਾ ਤੌਰ ਤਰੀਕਾ, ਉਹ ਸਟ੍ਰੀਮਲਾਈਨ ਹੋਣਾ ਚਾਹੀਦਾ। ਉਹ ਸਿੱਖਾਂ ਦੇ ਸਮੁੱਚੇ ਸਮਾਜ ਪੰਥ ਉਸ ਨੂੰ ਕਰੇ, ਇਹ ਨਾ ਕਰੇ SGPC ਕਰੇ, ਆਪਣੇ EMPLOYEE 'ਚੋਂ ਕਰੇ, ਜਾਂ ਆਪਣੇ ਕਿਸੇ ਆਪਣੇ ਜਿਹੜਾ ਉਹਦੇ ਇੰਟਰਸਟ ਪੂਰੇ ਕਰ ਸਕਦਾ ਉਹਨਾਂ 'ਚੋਂ ਕਰੇ। ਇਸ ਕਰਕੇ ਜ਼ਰੂਰੀ ਹੁੰਦਾ ਵੀ ਉਹਦੇ ਲਈ ਕੋਈ ਨਾ ਕੋਈ ਵਿਧੀ ਵਿਧਾਨ ਬਣਾਇਆ ਜਾਵੇ। ਤੁਸੀਂ ਜੋ ਦੇਖੋ ਜੀ, ਆਰਾਮ ਨਾਲ ਚੁੱਪ ਕਰਕੇ ਜਦੋਂ ਅਕਾਲ ਤਖਤ ਜਥੇਦਾਰ ਆਉਂਦਾ ਹੈ ਤੇ ਬੜੀ ਸ਼ਾਨ ਸ਼ੌਕਤ ਨਾਲ ਉਹਦੀ ਅਪੁਆਇੰਟਮੈਂਟ ਹੁੰਦੀ ਹੈ, ਤੇ ਉਸ ਤੋਂ ਪਿੱਛੋਂ ਚੁੱਪ ਕਰਕੇ ਉਹਨੂੰ ਘਰੇ ਤੋਰ ਦਿੱਤਾ ਜਾਂਦਾ ਹੈ। ਇਹ ਆਪਣੇ ਆਪ ਵਿੱਚ ਗਲਤ ਪਰੰਪਰਾ ਹੈ। ਤੇ ਇਹਨਾਂ ਨੇ ਆਪਦੀ ਲੋੜ ਮੁਤਾਬਕ, ਸਿਆਸੀ ਲੋੜ ਮੁਤਾਬਕ ਜਥੇਦਾਰ ਨੂੰ ਵਰਤਣਾ, ਉਹਨੂੰ ਲਾਉਣਾ, ਉਸ ਤੋਂ ਆਪਦੇ ਕੰਮ ਕਰਾਉਣੇ। ਇਹ ਆਪਣੇ ਆਪ ਵਿੱਚ ਇੱਕ ਸਿਆਸੀ ਪਾਰਟੀ ਨਾਲ ਜੁੜ ਕੇ, ਜਾਂ ਇੱਕ ਉੱਥੋਂ ਤੱਕ ਵੀ ਸਿਆਸੀ ਪਾਰਟੀ ਤੋਂ ਅੱਗੇ ਇੱਕ ਪਰਿਵਾਰ ਨਾਲ ਦਾ ਹੀ ਇਹਦਾ ਕੰਟਰੋਲ ਹੋ ਜਾਣਾ। ਇਹ ਸਿੱਖ ਪੰਥ ਦੀ ਮਾਨਸਿਕ ਲੈਵਲ ਤੇ ਧਾਰਮਿਕ ਲੈਵਲ ਤੇ ਜਿਹੜੀ ਗੁਲਾਮੀ ਹੈ ਉਹਦਾ ਹੀ ਇਹ ਪ੍ਰਤੀਕ ਹੈ। ਆਜ਼ਾਦੀ ਦਾ ਪ੍ਰਤੀਕ ਨਹੀਂ ਹੈ। ਅਕਾਲ ਤਖਤ ਆ ਜਿਹੜਾ, ਉਹ ਸਮੁੱਚੀ ਮਰਜ਼ਾਦਾ ਨੂੰ ਰਿਪਰੈਜ਼ੈਂਟ ਕਰਦਾ, ਸਿੱਖ ਮਰਜ਼ਾਦਾ ਨੂੰ, ਤੇ ਇਹ ਆਪਣੇ ਆਪ ਵਿੱਚ ਬਹੁਤ ਗਲਤ ਪਰੰਪਰਾ ਹੈ। ਇਹਦੇ ਵਿੱਚ ਤੇਜ਼ੀ ਤੋਂ ਤੇਜ਼ੀ ਤੇ ਛੇਤੀ ਤੋਂ ਛੇਤੀ ਤਬਦੀਲੀ ਕਰਨ ਦੀ ਲੋੜ ਹੈ।
ਤੇ ਇਸ ਦੇ ਨਾਲ ਹੀ ਜਿਵੇਂ ਇਹ ਜਦੋਂ ਕੰਟਰੋਵਰਸੀ ਚੱਲ ਰਹੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ, ਉੱਥੇ ਹੀ ਨਾਲ ਇੱਕ ਮੁੱਦਾ ਖੜਾ ਹੋ ਗਿਆ ਗੁਰਬਾਣੀ ਦੇ ਪ੍ਰਸਾਰਣ ਦਾ ਜੀ। ਉਹਦੇ ਉੱਤੇ ਸਰਕਾਰ ਦਾ ਜਾਂ ਸੀਐਮ ਭਗਵੰਤ ਮਾਨ ਦਾ ਬਹੁਤ ਜ਼ਿਆਦਾ ਸਖਤ ਸਟੈਂਡ ਲੈ ਲਓ ਵੀ ਇਹ ਤਾਂ ਇੱਕ ਚੈਨਲ ਦੀ ਮੋਨੋਪੋਲੀ ਨਹੀਂ ਹੋਣੀ ਚਾਹੀਦੀ, ਹਰੇਕ ਦੀ ਹੋਣੀ ਚਾਹੀਦੀ ਹੈ। ਤੇ ਹੁਣ ਉਹਨਾਂ ਨੇ ਸੋਧ ਕਰ ਦਿੱਤੀ, ਅਮੈਂਡਮੈਂਟ ਕੀਤੀ ਹੈ ਜੀ ਉਹਦੇ ਅੰਦਰ, ਤੇ ਜਿਸ ਤੋਂ ਬਾਅਦ ਵੱਖਰੇ ਵੱਖਰੇ ਰਿਐਕਸ਼ਨਸ ਆ ਰਹੇ ਨੇ। ਤੇ ਜਿਹੜੇ HS ਫੂਲਕਾ ਨੇ, ਹਾਲਾਂਕਿ ਉਹ ਕਹਿੰਦੇ ਮੈਂ ਬਾਦਲ ਦਾ ਤਾਂ ਬਹੁਤ ਕੱਟੜ ਵਿਰੋਧੀ ਹਾਂ, ਮੈਂ ਉਹਨੂੰ ਸਮਰਥਨ ਨਹੀਂ ਕਰਦਾ, ਪਰ ਜਿਸ ਤਰ੍ਹਾਂ ਇਹ ਸੋਧ ਕੀਤਾ ਗਿਆ ਹੈ ਤੇ ਜਿਸ ਤਰ੍ਹਾਂ ਇਹ ਪ੍ਰੈਸੀਡੈਂਟ ਸੈੱਟ ਕੀਤਾ ਗਿਆ ਇਹ ਗਲਤ ਹੈ। ਇਹੀ ਗੱਲ ਸਿਮਰਨਜੀਤ ਸਿੰਘ ਮਾਨ ਵੀ ਕਹਿ ਰਹੇ ਨੇ। ਦੇਖੋ, ਜਿੱਥੋਂ ਤੱਕ ਅਮੈਂਡਮੈਂਟ ਦੀ ਗੱਲਬਾਤ ਹੈ, ਜੇ ਤੁਸੀਂ ਐਕਟ ਵਿੱਚ ਵੱਜੇ ਹੋ, ਐਕਟ ਦੇ ਫਰੇਮਵਰਕ ਵਿੱਚੋਂ, ਜਾਂ ਸਟੇਟ ਵੱਲੋਂ ਇੱਕ ਐਕਟ ਬਣਾਇਆ ਜਾਂਦਾ, ਜਾਂ ਸਟੇਟ ਦਾ ਤੁਸੀਂ ਪ੍ਰੋਵਿੰਸ ਵੱਲੋਂ ਬਣਾਇਆ ਜਾਂਦਾ, ਜਾਂ ਉਸ ਵੇਲੇ 1925 ਦੇ ਵਿੱਚ ਇਹ ਗੁਰਦੁਆਰਾ ਐਕਟ ਉਸ ਮੌਕੇ ਦੀ ਸਰਕਾਰ ਨੇ, ਬ੍ਰਿਟਿਸ਼ ਸਰਕਾਰ ਨੇ ਬਣਾਇਆ ਸੀ, ਤੁਸੀਂ ਉਹਦੇ 'ਚ ਵੱਜੇ ਹੋ ਤੇ ਉਸ ਦੀ ਛੇੜਖਾਨੀ ਲੋੜ ਮੁਤਾਬਕ, ਸਿਆਸੀ ਲੋੜਾਂ ਮੁਤਾਬਕ ਕੀਤੀ ਜਾਂਦੀ ਹੈ। ਉਦੋਂ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਕਰਕੇ ਬਲਦੇਵ ਸਿੰਘ ਤੇ ਸਿਕੰਦਰ ਹਿਆਤ ਦਾ ਆਪਸ ਵਿੱਚ ਦੀ ਪੈਕਟ ਹੋਇਆ ਸੀ 1942 ਦੇ ਵਿੱਚ। ਉਸ ਦੇ ਪਿੱਛੋਂ ਪ੍ਰਤਾਪ ਸਿੰਘ ਕੈਰੋ ਨੇ 1958 ਦੇ ਵਿੱਚ ਅਸੈਂਬਲੀ ਦੇ ਵਿੱਚ ਇਹਦੀ ਅਮੈਂਡਮੈਂਟ ਕੀਤੀ। ਉਦੋਂ ਸਾਂਝਾ ਪੰਜਾਬ ਸੀ। ਉਦੋਂ ਪਿੱਛੋਂ ਹੁਣ ਭਗਵੰਤ ਮਾਨ ਨੇ ਕਰਤੀ। ਇਹ ਤੁਸੀਂ ਦਖਲਅੰਦਾਜ਼ੀ ਜਿਹੜੀ ਇਨਵਾਈਟ ਕੀਤੀ ਹੋਈ ਹੈ 1925 ਦੇ ਐਕਟ ਵੇਲੇ ਦੀ, ਤੁਸੀਂ ਇੱਕ ਫਰੇਮ ਵੱਜੇ ਹੋਗੇ, ਉਹਦੇ ਵਿੱਚ ਸਰਕਾਰਾਂ ਜੇ ਤੁਹਾਡੇ ਹੱਕ ਦੀਆਂ ਤਾਂ ਨਹੀਂ ਛੇੜਦੀਆਂ ਸਾਰੀ ਕੁਛ, ਜਾਂ ਪਤਾ ਨਹੀਂ ਲੱਗਣ ਦਿੰਦੇ ਤੁਸੀਂ। ਜਿਵੇਂ ਹੁਣ BJP ਇਲੈਕਸ਼ਨ ਨਹੀਂ ਹੋਣ ਦੇਣੀ 15-16 ਸਾਲ, ਤਾਂ ਇਹਦਾ ਮਤਲਬ ਉਹ ਵੀ ਪੋਲੀਟੀਕਲ ਲੈਵਲ ਉੱਤੇ ਦਖਲਅੰਦਾਜ਼ੀ ਨਾਲ ਹੀ ਰੋਕੀ ਜਾਂਦੀ ਹੈ ਇਲੈਕਸ਼ਨ, ਤੇ ਦਖਲਅੰਦਾਜ਼ੀ ਨਾਲ ਹੀ ਕਰਵਾਈ ਜਾਂਦੇ ਵੀ ਹੁਣ ਕਰਵਾ ਦਿਓ, ਮਾਹੌਲ ਬਹੁਤ ਠੀਕ ਹੈ। ਇਸ ਕਰਕੇ ਦਖਲਅੰਦਾਜ਼ੀ ਤਾਂ ਸਰਕਾਰਾਂ ਕਰਨਗੀਆਂ ਜੇ ਤੁਹਾਡਾ ਐਕਟ ਹੋਊਗਾ। ਕਿਸੇ ਵੀ ਧਰਮ ਦਾ, ਇੱਕ ਛੋਟੇ ਜਿਹੇ ਟਾਈਨੀ ਜਿਹੇ ਫਿਰਕੇ ਦਾ, ਸਿੱਖਾਂ ਦਾ, ਉਹ ਐਕਟ ਵਿੱਚ ਉਹਨਾਂ ਦਾ ਧਾਰਮਿਕ ਸਾਰਾ ਅਦਾਰੇ ਵੱਜੇ ਹੋਏ ਆ। ਇਹ ਸਭ ਤੋਂ ਮਾੜੀ ਗੱਲਬਾਤ ਹੈ। ਬਾਕੀ ਇੱਥੇ ਇੰਡੀਆ ਦੇ ਵਿੱਚ ਨਾ ਕੋਈ ਹਿੰਦੂ ਧਰਮ ਲਈ ਐਕਟ ਹੈ, ਨਾ ਮੁਸਲਮਾਨਾਂ ਲਈ ਐਕਟ ਹੈ ਕੋਈ, ਤੇ ਨਾ ਈਸਾਈਆਂ ਲਈ ਹੈ, ਨਾ ਪਾਰਸੀਆਂ ਲਈ ਹੈ, ਕਿਸੇ ਲਈ ਨਹੀਂ। ਤੇ ਇਹਨਾਂ ਲਈ ਕਿਉਂ? ਇਸ ਕਰਕੇ ਉਹ ਬ੍ਰਿਟਿਸ਼ ਵੇਲੇ ਦੇ ਹੀ ਅਸੀਂ ਆਪਣੇ ਗਲ ਵਿੱਚ ਫੰਦੀ ਪਵਾਈ ਹੋਈ ਹੈ, ਫਾਹੀ ਪਵਾਈ ਹੋਈ ਹੈ, ਉਹ ਹਜੇ ਤੱਕ ਚੱਲਿਆ ਆਉਂਦਾ। ਬੇਸਿਕ ਇਸ਼ੂ ਇਹ ਹੈ ਵੀ 100 ਸਾਲ ਹੋ ਗਿਆ ਐਕਟ ਨੂੰ, ਨਾ ਉਹਦੇ 'ਚ ਕੋਈ ਅਮੈਂਡਮੈਂਟ ਕੀਤੀ, ਨਾ ਕਰਵਾਈ ਗਈ ਬੇਸਿਕ ਅਮੈਂਡਮੈਂਟ। ਉਹਨੂੰ ਵਰਤਿਆ ਗਿਆ, ਅਕਾਲੀ ਦਲ ਨੇ ਲੋੜ ਪੈਣ ਤੇ ਆਪਦੇ ਮੁਤਾਬਕ ਵਰਤਦੇ ਰਹੇ ਆ। ਇਸ ਕਰਕੇ ਭਗਵੰਤ ਮਾਨ ਨੂੰ ਵੀ ਮੌਕਾ ਮਿਲਿਆ। ਇਹ ਉਹਦਾ ਪੋਲੀਟੀਕਲ ਮੂਵ ਹੈ। ਕਿੰਨਾ ਕੁ ਸਿੰਸੀਅਰ ਹੈ, ਕਿੰਨਾ ਕੁ ਹੋਵੇਗਾ, ਐਕਟ ਲਾਗੂ ਹੋਵੇਗਾ ਨਹੀਂ ਹੋਵੇਗਾ ਦੇਖਿਆ ਜਾਏਗਾ। ਪਰ ਫਿਲਹਾਲ ਉਸਨੇ ਪੋਲੀਟੀਕਲ ਮਾਈਲੇਜ ਲੈਣਾ, ਅਕਾਲੀ ਦਲ ਨੂੰ ਥੱਲੇ ਲਿਆਉਣਾ, ਤੇ ਇਸ ਕਰਕੇ ਸਾਰਾ ਕੁਝ ਉਹਨੇ ਕੀਤਾ। ਤਾਂ ਜਿਹੜਾ ਇਹ ਟਕਰਾਅ, ਇੱਕ ਤਰ੍ਹਾਂ ਤੋਂ ਲੱਗਦਾ ਟਕਰਾਅ ਵਧੂਗਾ, ਜਿਹੜਾ ਟਕਰਾਅ ਵੈਸੇ ਹੀ ਚੱਲ ਰਿਹਾ ਸੀ ਤੇ ਹੁਣ ਇਸ ਅਮੈਂਡਮੈਂਟ ਤੋਂ ਬਾਅਦ ਟਕਰਾਅ ਹੋਰ ਵਧੂਗਾ। ਤੁਹਾਨੂੰ ਕੀ ਲੱਗਦਾ ਇਹਦੇ ਸਿੱਟੇ ਕੀ ਨਿਕਲ ਸਕਦੇ ਆ ਆਉਣ ਵਾਲੇ ਜਿਸ ਸਮੇਂ ਦੀ ਗੱਲ ਕਰੀਏ ਜੀ? ਪਹਿਲੀ ਗੱਲ ਤਾਂ ਮੈਂ ਬਹੁਤਾ ਟਕਰਾਅ ਦੇਖਦਾ ਨਹੀਂ ਇਹਦੇ 'ਚ ਕੋਈ ਬਹੁਤਾ ਹੋਊਗਾ ਟਕਰਾਅ, ਕਿਉਂਕਿ ਅਕਾਲੀ ਦਲ ਬਹੁਤ ਥੱਲੇ ਆ, ਲੋਅ ਤੇ। ਅਕਾਲੀ ਦਲ ਵਿਰੁੱਧ ਪਹਿਲਾਂ ਹੀ ਵਿਰੋਧ ਹੈ ਬਹੁਤ ਜ਼ਿਆਦਾ ਚੱਲ ਰਿਹਾ ਵੀ ਤੁਸੀਂ ਗੁਰਬਾਣੀ PTC ਤੋਂ ਮੁਕਤ ਕਰਾਓ ਇਹ ਦਰਬਾਰ ਸਾਹਿਬ ਨੂੰ। ਉਹ ਕਿਉਂ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ, ਕਿਉਂ ਉਹਦੀ ਇਜਾਰੇਦਾਰੀ ਹੈ, ਕਿਉਂ ਮੋਨੋਪਲੀ ਹੈ, ਪਹਿਲਾਂ ਹੀ ਉਹ ਰੌਲਾ ਪੈ ਰਿਹਾ। ਤੇ ਇਸ ਕਰਕੇ ਉਹ ਸਾਰੀ ਗੱਲ ਦਾ ਜਿਹੜੀ ਸੀ ਸਾਰੀ ਪਬਲਿਕ ਡੋਮੇਨ ਦੇ ਵਿੱਚ ਸਾਰਾ ਕੁਝ ਪਿਆ ਸੀ, ਉਸੇ ਦਾ ਫਾਇਦਾ ਭਗਵੰਤ ਮਾਨ ਨੇ ਲਿਆ। ਤੇ ਇਹ ਕਹਿੰਦੇ ਰਹਿਣਗੇ ਵੀ ਇਹ ਦਖਲਅੰਦਾਜ਼ੀ ਬਹੁਤ ਮਾੜੀ ਹੈ, ਜਿਹਨਾਂ ਨੂੰ ਸਿਆਸੀ ਲੈਵਲ ਤੇ ਨਹੀਂ ਪਤਾ। ਤੇ ਪਰ ਇਹਦਾ ਕੋਈ ਬਹੁਤਾ ਟਕਰਾਅ ਵਾਲੀ ਗੱਲ ਨਹੀਂ। ਜਿਹੜੇ ਲੋਕ ਕਹਿੰਦੇ ਵੀ ਇਹਦੇ 'ਚੋਂ ਮਿਲੀਟੈਂਸੀ ਨਿਕਲੇ, ਉਹ ਪੰਜਾਬ 'ਚ ਕਈ ਲੈਫਟ ਵਾਲੇ ਬੰਦੇ ਇੱਥੋਂ ਤੱਕ ਵੀ ਕਹਿੰਦੇ ਕੁਛ ਨਹੀਂ ਨਿਕਲਦਾ ਇਹਦੇ 'ਚੋਂ। ਅੰਮ੍ਰਿਤਪਾਲ ਵਾਲਾ ਇੰਸੀਡੈਂਟ ਤੇ ਦੇਖ ਲਓ, ਹੁਣ ਕੁਛ ਦਿਨ ਬਦਲ ਗਏ ਆ, ਸਾਰਾ ਕੁਛ ਨਹੀਂ ਹੋਇਆ ਉਹਦੇ ਤੇ, ਕੋਈ ਸੜਕਾਂ ਤੇ ਨਹੀਂ ਉਤਰਿਆ। ਇਸ ਦੇ ਉੱਤੇ ਵੀ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਬਿਆਨਬਾਜ਼ੀ ਕਰੀ ਜਾਣ, ਕੁਛ ਨਹੀਂ ਇਹਦੇ ਤੇ ਕੋਈ ਮੋਰਚਾ ਨਹੀਂ ਲੱਗਣਾ, ਮੋਰਚਾ ਕਾਮਯਾਬ ਨਹੀਂ ਹੋਣਾ। ਕਿਉਂਕਿ ਲੋਕ ਤਾਂ ਪਹਿਲਾਂ ਹੀ ਚਾਹੁੰਦੇ ਵੀ ਬਾਦਲਾਂ ਤੋਂ ਕਿਵੇਂ ਮੁਕਤ ਕਰਾਇਆ ਜਾਵੇ, SGPC ਨੂੰ ਤੇ PTC ਦੇ ਪ੍ਰਸਾਰਣ ਤੋਂ ਕਿਵੇਂ ਮੁਕਤ ਕੀਤਾ ਜਾਵੇ। ਤੇ ਪਹਿਲਾਂ ਇਹ ਵਾਅਦੇ ਕਰ ਚੁੱਕੇ ਆ ਪਿਛਲੇ ਸਾਲ 8 ਅਪ੍ਰੈਲ ਨੂੰ ਵੀ ਅਸੀਂ SGPC ਆਪਣਾ ਆਪ ਦਾ ਚੈਨਲ ਚਲਾਏਗੀ, ਉਹਦੇ ਤੋਂ ਹੀ ਭੱਜੇ ਹੋਏ ਆ ਜੀ। ਜਿਵੇਂ ਸਿੱਖਾਂ ਵਿੱਚ ਜੇ ਆਪਾਂ ਗੱਲ ਕਰੀ, ਜੋ ਮੈਂ ਇੱਕ ਗੱਲ ਨੋਟ ਕਰ ਰਿਹਾ, ਸਿੱਖਾਂ ਵਿੱਚ ਜਿਹੜੇ ਪੰਥਕ ਮੁੱਦੇ ਨੇ ਜੀ, ਜਿਹੜੇ ਸਾਰਿਆਂ ਸਰਬ ਸਾਂਝੇ ਮੁੱਦੇ ਨੇ, ਉਹਨਾਂ ਦੇ ਉੱਤੇ ਲੈ ਕੇ ਕਦੇ ਸਹਿਮਤੀ ਬਣਦੀ ਹੋਈ ਨਹੀਂ ਜੀ। ਉਹ ਇੱਕ ਦੂਸਰੇ ਦੇ ਉੱਤੇ ਕੋਈ ਵੀ ਗੱਲ ਆਉਂਦੀ ਹੈ, ਉਹਦੇ ਉੱਤੇ ਰਾਜਨੀਤੀ 'ਚ ਤਬਦੀਲ ਹੋ ਜਾਂਦੀ ਹੈ। ਉਹ ਰਾਜਨੀਤਿਕ ਮੁਨਾਫੇ ਆਪਣੇ ਨਿੱਜੀ ਤੌਰ ਤੇ, ਪਾਰਟੀਆਂ ਦੇ ਪੱਧਰ ਤੇ, ਇੰਡੀਵਿਜੂਅਲ ਲੈਵਲ ਤੇ ਉਹ 'ਚੋਂ ਕੱਢਣੇ ਸ਼ੁਰੂ ਹੋ ਜਾਂਦੇ ਨੇ। ਪੰਥਕ ਮਸਲਿਆਂ ਦੇ ਕਦੇ ਵੀ ਜਿਹੜੇ ਸਰਬ ਸਾਂਝੇ ਨੇ ਜੀ, ਉਹਨਾਂ ਤੇ ਸਹਿਮਤੀ ਕਿਉਂ ਨਹੀਂ ਬਣਦੀ?
ਪਹਿਲੀ ਗੱਲ ਤਾਂ ਇਹ ਸਾਨੂੰ ਨਹੀਂ ਇਹ ਮੁਗਾਲਤਾ ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ। ਹਰ ਮੁੱਦਾ ਇਸ ਸਿਸਟਮ ਦੇ ਵਿੱਚ ਪੋਲਿਟਿਕਸ ਹੀ ਹੁੰਦਾ ਹੈ। ਜੇ ਗੁਰੂਆਂ ਦੇ ਵੇਲੇ ਇਹ ਬਰਾਬਰੀ, ਸਮਾਜ ਦੀ ਬਰਾਬਰੀ ਦਾ ਗੁਰੂਆਂ ਨੇ ਸੁਨੇਹਾ ਦਿੱਤਾ, ਸਮਾਜ ਵਿੱਚ ਇਨਸਾਫ ਦਾ ਸੁਨੇਹਾ ਦਿੱਤਾ। ਸਿੱਖ ਧਰਮ ਦਾ ਜਿਹੜਾ ਕਰਕਸ ਹੈ ਉਹ ਇਹੀ ਹੈ, ਸੋਸ਼ਲ ਇਕੁਐਲਿਟੀ, ਸੋਸ਼ਲ ਜਸਟਿਸ। ਪੋਲੀਟੀਕਲ ਤਾਂ ਉਹਨਾਂ ਨੇ ਗੁਰੂ ਦੇ 200 ਸਵਾ 200 ਸਾਲ ਦੇ ਵਿੱਚ ਵੀ ਕੋਈ ਪੋਲੀਟੀਕਲ ਲੈਵਲ ਦੀਆਂ ਮੱਲਾਂ ਮਾਰਨ ਦੀ ਤਾਂ ਗੱਲ ਨਹੀਂ ਹੋਈ ਕਿਤੇ। ਇਹ ਹੋਈ ਹੈ। ਤੇ ਇਸ ਕਰਕੇ ਜੇ ਤੁਹਾਡੇ ਪਰ ਇਹ ਆਪਣੇ ਆਪ ਵਿੱਚ ਸੋਸ਼ਲ ਇਕੁਐਲਿਟੀ, ਸੋਸ਼ਲ ਜਸਟਿਸ ਦੀ ਗੱਲ ਕਰਨੀ, ਇਹ ਆਪਣੇ ਆਪ ਵਿੱਚ ਪੋਲਿਟਿਕਸ ਹੈ। ਪੋਲੀਟਿਕਸ ਤਾਂ ਹਰ ਲੈਵਲ ਤੇ ਰਹੂਗੀ, ਪੋਲੀਟਿਕਸ ਤਾਂ ਹੁੰਦੀ ਹੈ, ਇਹ ਵੀ ਪੋਲੀਟਿਕਸ ਹੈ। ਜੇ ਹੁਣ ਫਰਜ਼ ਕੀਤਾ ਵੀ ਮੋਦੀ ਸਰਕਾਰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਕਰਦਾ, ਉਹ ਵੀ ਪੋਲੀਟਿਕਸ ਹੈ। ਪੋਲੀਟਿਕਸ ਤੋਂ ਤਾਂ ਨਹੀਂ ਅਸੀਂ ਭੱਜ ਸਕਦੇ। ਸਵਾਲ ਹੈ ਵੀ ਪੰਥ ਦੇ ਵਿੱਚ ਧਿਰਾਂ ਕਿਹੜੀਆਂ ਬਹੁਮਤ ਤੇ ਸਿੱਖਾਂ ਦਾ ਸਹੀ ਨੁਮਾਇੰਦਗੀ ਕਰਦੀਆਂ ਜਾਂ ਸਹੀ ਉਹਨਾਂ ਦੇ ਕਾਜ ਨੂੰ, ਸਹੀ ਉਹਨਾਂ ਦੇ ਕੰਮ ਨੂੰ ਚੁੱਕਦੀਆਂ, ਲੈ ਕੇ ਜਾਂਦੀਆਂ ਪਬਲਿਕ 'ਚ। ਉਹ ਪੋਲੀਟਿਕਸ ਆਪਣੇ ਆਪ 'ਚ ਠੀਕ ਹੈ, ਉਹਦੀ ਉਹ ਜਿੱਤ ਹੋਣੀ ਚਾਹੀਦੀ ਹੈ, ਉਸੇ ਦੇ ਪਿੱਛੇ ਲੱਗਣਾ ਚਾਹੀਦਾ। ਤੇ ਜੇ ਕੋਈ ਇਹਦੇ ਵਿੱਚੋਂ ਆਪਦੇ ਜਾਤੀ ਹਿੱਤ ਕੱਢਣਾ ਚਾਹੁੰਦਾ, ਜਿਸ ਤਰੀਕੇ ਨਾਲ ਹੁਣ ਇੱਕ ਪਰਿਵਾਰ ਕੋਲੇ ਜਾ ਵੜਿਆ ਪੰਥ, ਅਸੀਂ ਉਹਨੂੰ ਪੰਥ ਨਹੀਂ ਕਹਿ ਸਕਦੇ ਕਿ ਨਾ ਅਕਾਲੀ ਦਲ ਪਹੁੰਚ ਗਿਆ ਇੱਕ ਪਰਿਵਾਰ ਤੋਂ। ਇਸ ਕਰਕੇ ਅਸੀਂ ਹੁਣ ਸਾਰੇ ਮੀਨਿੰਗ ਬਦਲਾਂਗੇ। ਸਿਆਸਤ ਸਾਰਿਆਂ ਧਰਮਾਂ 'ਚ ਹੀ ਸਿਆਸਤ ਹੈ, ਕਿਸੇ 'ਚ ਨਹੀਂ ਵੀ ਇਹਨਾਂ 'ਚ ਸਿੱਖਾਂ 'ਚ ਦੂਜਿਆਂ 'ਚ ਨਹੀਂ, ਹਰ ਇੱਕ ਵਿੱਚ ਸਿਆਸਤ ਹੁੰਦੀ ਹੈ। ਸਿਆਸਤ ਤੋਂ ਤੁਸੀਂ ਕੁਝ ਨਹੀਂ ਬਚ ਸਕਦੇ। ਡੈਮੋਕ੍ਰੇਸੀ ਆਪਣੇ ਆਪ ਵਿੱਚ ਇੱਕ ਸਿਆਸਤ ਹੈ ਤੇ ਇਸ ਕਰਕੇ ਸਿਆਸਤ ਤੋਂ ਤਾਂ ਅਸੀਂ ਬਰੀ ਨਹੀਂ ਹੋ ਸਕਦੇ। ਪਰ ਸਵਾਲ ਹੈ ਵੀ ਸਿਆਸਤ ਬਹੁਮਤ ਲਈ ਹੋਵੇ, ਬਹੁਤੇ ਲੋਕਾਂ ਲਈ ਹੋਵੇ ਤੇ ਉਹ ਫਾਇਦੇ ਲਈ ਹੋਵੇ ਲੋਕਾਂ ਦੇ। ਜਾਂ ਜੇ ਸਿੱਖ ਧਰਮ 'ਚ ਹੈ ਤਾਂ ਸਿੱਖਾਂ ਦੀ ਸਹੀ ਮਰਜ਼ਾਦਾ, ਸਹੀ ਉਹਨਾਂ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਹੈ, ਪ੍ਰਤੀਨਿਧਤਾ, ਉਹ ਕਰਨ ਵਾਲੀ ਪੋਲਿਟਿਕਸ ਹੋਵੇ। ਇੱਕ ਸਿੱਧੂ ਸਾਹਿਬ, ਜਿਹੜੀ ਆਪਣੀ ਚਾਹੇ ਪੋਲੀਟੀਕਲ ਲੀਡਰਸ਼ਿਪ ਹੈ ਜਾਂ ਪੰਥਕ ਲੀਡਰਸ਼ਿਪ ਹੈ, ਸਿੱਖ ਲੀਡਰਸ਼ਿਪ ਹੈ, ਉਹਦਾ ਇੱਕ ਦੂਸਰੇ ਪ੍ਰਤੀ ਬਹੁਤ ਜ਼ਿਆਦਾ ਤਿੱਖਾ ਵਿਰੋਧ ਹੈ ਜੀ। ਤੇ ਪੰਥਕ ਕਮਿਟਮੈਂਟ ਜਿਹੜੀਆਂ ਸਾਰੀਆਂ ਕਹਿ ਦਿੰਦੇ ਨੇ, ਪਰ ਆਪਣੇ ਨਿੱਜ ਪਰਿਵਾਰਵਾਦ ਵੱਲ ਵੱਧ ਗਏ ਨੇ ਸਾਰੇ ਜਾਣੇ। ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਿਘਾਰ ਤਾਂ ਲਗਾਤਾਰ ਹੀ ਹੁੰਦਾ ਜਾ ਰਿਹਾ, ਤੇ ਜਿਹੜੇ ਹੁਣ ਕਰੰਟ ਜਿਹੜੀ ਹੈਗੀ ਸਿਚੁਏਸ਼ਨ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਵੈਸੇ ਸਾਰੇ ਦੇਸ਼ ਵਿੱਚ ਹੀ ਪਰਿਵਾਰਵਾਦ ਹੈ, ਜਿਹੜਾ ਰੀਜਨ ਲੈਵਲ ਤੇ ਪਰਿਵਾਰਵਾਦ ਵਾਲੀਆਂ ਪਾਰਟੀਆਂ ਆ ਗਈਆਂ। ਜੇ ਅਸੀਂ ਯੂਪੀ 'ਚ ਦੇਖੀਏ, ਉੱਥੇ ਵੀ 2-3 ਪਰਿਵਾਰ ਹੈ ਸਾਰੇ। ਮਾਇਆਵਤੀ ਵੀ ਇੱਕ ਖਾਸ ਗਰੁੱਪ ਨੂੰ ਰਿਪਰੈਜ਼ੈਂਟ ਕਰਦੀ ਹੈ, ਤੇ ਮੁਲਾਇਮ ਸਿੰਘ ਯਾਦਵ ਵਰਗਿਆਂ ਦਾ ਵੀ ਇੱਕ ਪਰਿਵਾਰਵਾਦ ਹੈ, ਲਾਲੂ ਦਾ ਵੀ ਸਾਰਾ। ਥੱਲੇ ਸਾਊਥ 'ਚ ਵੀ ਇਸੇ ਤਰੀਕੇ ਨਾਲ ਪਰਿਵਾਰਵਾਦ ਤਾਂ ਵਧਿਆ ਵੀ ਸਾਡੇ ਮੁੱਦੇ ਦੀ ਸਿਆਸਤ ਹੈ ਜਿਹੜੀ ਉਹ ਪਿੱਛੇ ਰਹਿ ਗਈ। ਵਿਅਕਤੀਗਤ ਸਿਆਸਤ ਹੈ, ਜਿਹੜੀ ਵਿਅਕਤੀਆਂ ਨਾਲ ਜੁੜੀ ਹੋਈ ਸਿਆਸਤ ਹੈ, ਪਰਸਨ ਨਾਲ ਜੁੜੀ ਹੋਈ ਸਿਆਸਤ ਹੈ, ਉਹ ਇੱਥੇ ਤੋਂ ਬਾਹਰਲੇ ਕੰਟਰੀਆਂ 'ਚ ਨਹੀਂ ਹੈ। ਉੱਥੇ ਮੁੱਦਿਆਂ ਦੀ ਸਿਆਸਤ ਹੁੰਦੀ ਹੈ, ਇਸ਼ੂ ਦੀ ਸਿਆਸਤ ਹੈਗੀ ਸਾਰੀ। ਸਾਡੇ ਇਸ਼ੂ ਹੈ ਨਹੀਂ, ਸਾਡੇ ਵਿਅਕਤੀਆਂ ਨਾਲ ਜੁੜ ਜਾਂਦੀ ਹੈ। ਤੇ ਇਸ ਕਰਕੇ ਵਿਅਕਤੀਗਤ ਹੈ। ਹੁਣ ਜਿਵੇਂ ਫਰਜ਼ ਕੀਤਾ ਤੁਸੀਂ ਵਧਾਉਣੇ ਉਸ ਕਿਸਮ ਦੀ ਵਿਅਕਤੀਗਤ ਦੀ ਗੱਲ ਕਰਦੇ ਹੋ, ਸੈਂਟਰ 'ਚ ਕੋਈ ਆ ਗਿਆ ਵੱਡਾ ਬੰਦਾ, ਤੁਸੀਂ ਉਸੇ ਦੀ PR ਕਰਕੇ ਉਹਦੀ ਪੋਜੀਸ਼ਨ ਵਧਾ ਰਹੇ ਹੋ। ਤੇ ਇਸ ਕਰਕੇ ਇਸੇ ਕਰਕੇ ਸਾਡੇ ਸਿਆਸਤ ਹੈ ਜਿਹੜੀ ਉਹ ਮੁੱਦਿਆਂ ਦੀ ਥਾਂ ਤੇ ਵਿਅਕਤੀਆਂ ਨਾਲ, ਬੰਦਿਆਂ ਨਾਲ, ਪਰਿਵਾਰਾਂ ਨਾਲ ਜੋੜ ਦਿੱਤੀ ਗਈ ਹੈ। ਇਹ ਸਾਡੀ ਜਿਹੜੀ ਨਵੀਂ ਡੈਮੋਕ੍ਰੇਸੀ ਹੋਣ ਕਰਕੇ, ਜਾਂ 70 ਸਾਲਾਂ 'ਚ ਡੈਮੋਕ੍ਰੇਸੀ ਸਾਡੀ ਮੈਚਿਓਰ ਨਹੀਂ ਹੋਈ, ਉਹਦੇ ਵਿੱਚੋਂ ਇਹ ਸਾਰਾ ਕੁਝ ਨਿਕਲਿਆ ਹੈਗਾ। ਉਹਦੇ ਵਿੱਚੋਂ ਹੀ ਇੱਕ ਜਿਹੜੀ ਡਾਇਨੈਸਟਿਕ ਪੋਲਿਟਿਕਸ ਨਿਕਲੀ ਹੈ, ਪਰਿਵਾਰਵਾਦ ਵਾਲੀ। ਤੇ ਜਿਹੜੀ ਇਹ ਸ਼ਬਦਾਵਲੀ ਵਰਤੀ ਜਾ ਰਹੀ ਹੈ ਇੱਕ ਦੂਸਰੇ ਪ੍ਰਤੀ ਜੀ, ਹਾਊਸ ਦੇ ਅੰਦਰ, ਹਾਊਸ ਦੇ ਬਾਹਰ ਜੀ, ਇਹ ਤਾਂ ਮਰਜ਼ਾਦਾ ਤੋਂ ਗਲਤ ਇਹ ਸਾਰੀ। ਜਿਸ ਤਰੀਕੇ ਨਾਲ ਥੋੜ੍ਹਾ ਜਿਹਾ ਬੜਾ ਮਜ਼ਾਕ ਕੀਤਾ ਗਿਆ, ਰਾਜਪਾਲ ਨੂੰ ਵੀ, ਸਿਸਟਮ ਨੂੰ ਵੀ ਮਜ਼ਾਕ ਕੀਤਾ। ਉਸੇ ਸਿਸਟਮ ਤੋਂ ਤੁਸੀਂ ਗਵਰਨ ਹੁੰਦੇ ਹੋ, ਉਸੇ ਸਿਸਟਮ 'ਚ ਤੁਸੀਂ ਮਜ਼ਾਕ ਕਰਦੇ ਹੋ। ਵੈਸੇ ਵੀ ਜਿਹੜੀ ਪਬਲਿਕ ਲੈਵਲ 'ਤੇ ਜਦੋਂ ਮੁੱਦੇ ਪਾਸੇ ਹੋ ਜਾਣ, ਵਿਅਕਤੀਗਤ ਇੱਕ ਦੂਜੇ ਦੀ ਤੁਸੀਂ ਭੰਡੀ ਪ੍ਰਚਾਰ ਹੀ ਕਰਦੇ ਹੋ, ਉਦੋਂ ਫਿਰ ਤੁਹਾਡਾ ਜਿਹੜਾ ਈਡੀਐਮ ਹੈ ਸਿਆਸਤ ਦਾ, ਉਹ ਬੜਾ ਨੀਵਿਆਂ ਹੋ ਜਾਂਦਾ ਹੈ, ਮੁਹਾਵਰਾ ਬੜਾ ਥੱਲੇ ਆ ਜਾਂਦਾ ਹੈ, ਤੇ ਗਾਲੀ ਗਲੋਚ ਤੱਕ ਪਹੁੰਚ ਜਾਂਦੇ ਹੋ ਤੁਸੀਂ ਇੱਕ ਦੂਜੇ ਦੇ। ਇਸ ਚੀਜ਼ ਨੂੰ ਲੀਡ ਵੀ CM ਆਪ ਹੀ ਕਰ ਰਹੇ ਨੇ ਜੀ। ਹਾਂ, ਸਾਰੇ ਕਰਦੇ ਆ, ਸਾਰੇ ਦੂਜੇ ਪਾਸੇ ਵਾਲੇ ਇੱਕ ਦੂਜੇ ਦੇ ਸਾਰੇ ਕਹਿੰਦੇ ਆ। ਸਾਡੇ ਸਿਆਸਤ ਵਿੱਚ ਜਦੋਂ ਮੁੱਦੇ ਗਾਇਬ ਹੋ ਜਾਣ, ਪਿੱਛੇ ਰਹਿ ਜਾਣ, ਤਾਂ ਫਿਰ ਵਿਅਕਤੀਗਤ ਗੱਲ ਹੋ ਜੇ, ਉੱਥੇ ਫਿਰ ਇਹ ਸਾਰੀਆਂ ਪ੍ਰੋਬਲਮਾਂ ਭਾਸ਼ਾ ਦੀਆਂ ਆ ਜਾਂਦੀਆਂ, ਸਾਡੇ ਵੀ ਆਈਆਂ ਹੋਈਆਂ। ਤੇ ਇੱਕ ਪੈਰਲਲ ਜਥੇਦਾਰ ਨੇ, ਜਿਹੜੇ ਕਹਿ ਲਓ ਐਕਟਿੰਗ ਪੈਰਲਲ ਜਥੇਦਾਰ ਧਿਆਨ ਸਿੰਘ ਮੰਡ ਜੀ, ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਸਾਡੇ ਅੱਗੇ ਪੇਸ਼ ਹੋਣ ਜੀ। ਉਹਨਾਂ ਨੇ ਇਹ ਗੱਲ ਦੀ
ਕਹੀ ਹੈ ਇਸ ਮੁੱਦੇ ਤੋਂ ਬਾਅਦ, ਸੋਧ ਤੋਂ ਬਾਅਦ, ਤਾਂ ਜਿਸ ਤਰ੍ਹਾਂ ਉਹਨਾਂ ਨੇ ਬੋਲਬਾਣੀ ਕਰ ਰਹੀ ਹੈ, ਇਸ ਚੀਜ਼ ਦੀ ਕੋਈ ਅਹਿਮੀਅਤ ਹੈ ਜੀ? ਇਹ ਕੰਪੀਟੀਟਿਵ ਰਿਲੀਜੀਓਸਿਟੀ ਹੈ, ਧਰਮ ਦੇ ਲੈਵਲ ਤੇ ਕੰਪੀਟੀਸ਼ਨ ਕਰਕੇ ਦਿਖਾਉਣਾ ਵੀ ਅਸੀਂ ਜ਼ਿਆਦਾ ਧਾਰਮਿਕ ਆ, ਅਸੀਂ ਤੁਹਾਡੇ ਨਾਲ ਅੱਗੇ ਗੱਲ ਕਰਾਂਗੇ, ਤੇ ਲਾਈਮਲਾਈਟ 'ਚ ਆਉਣ ਦੀ ਗੱਲ ਹੈ। ਬਹੁਤੀ ਐਵੇਂ ਸ਼ੋਹਰਤ ਲੈਣ ਦੀ ਗੱਲ ਹੈ ਕੁਝ ਦਿਨਾਂ ਦੇ ਲਈ, ਧਾਰਮਿਕ ਲੈਵਲ ਤੇ ਲੋਕਾਂ ਨੂੰ ਦੇ ਸਾਹਮਣੇ ਆਉਣ ਦੀ ਗੱਲ ਹੈ ਨਾ। ਤੁਹਾਡੀ 50 ਸਾਲਾਂ ਵਿੱਚ ਉਹ ਬਣੇ ਹੋਏ ਆ, ਉਹ 2015 'ਚ ਬਣੇ ਸੀਗੇ ਉਹ ਜਥੇਦਾਰ ਚੱਬਾ ਦੀ ਜਿਹੜੀ ਸਰਬੱਤ ਖਾਲਸਾ ਆਇਆ ਸੀ, ਉਦੋਂ ਪਿੱਛੋਂ ਕੋਈ ਜਥੇਦਾਰੀਆਂ ਨਹੀਂ ਸਾਂਭ ਸਕੇ। 15 ਤੋਂ 23 ਆ ਗਿਆ, ਅਕਤੂਬਰ 15 'ਚ ਉਹਨਾਂ ਦੀ ਹੋਈ ਸੀ, ਉਹ ਕਿੱਥੇ ਰਹਿ ਗਏ? ਸਾਰਾ ਕੁਝ ਉਹਨਾਂ ਦੀ ਚੱਲੀ ਤਾਂ ਹੈ ਨਹੀਂ। ਹੁਣ ਲੋੜ ਪੈਣ ਤੇ ਵੀ ਇਸ਼ੂ ਬੜਾ ਗਰਮ ਹੈ, ਵਿੱਚ ਆਪਣੀ ਗੱਲ ਕਰ ਦਿਓ। ਇਹ ਐਵੇਂ ਸ਼ੋਹਰਤ ਲੈਣ ਦੀ ਗੱਲਬਾਤ ਹੈ ਥੋੜ੍ਹੀ ਜਿਹੀ, ਉਸ ਕਿਸਮ ਦੀ ਇਦੋਂ ਵੱਧ ਹੈ ਨਹੀਂ। ਇਹਦਾ ਕੋਈ ਮੀਨਿੰਗ ਨਹੀਂ ਹੈ, ਨਾ ਉਹਦੇ ਸਾਹਮਣੇ ਕਿਸੇ ਨੇ ਪੇਸ਼ ਹੋਣਾ ਹੈ, ਤੇ ਨਾ ਉਹਨਾਂ ਕੋਲ ਕੋਈ ਇਹੋ ਜਿਹਾ ਪਲੇਟਫਾਰਮ ਹੈ ਜਿਹਦੇ ਤੇ ਉਹ ਸਾਦੇ ਹੈ। ਅਕਾਲ ਤਖਤ ਤੇ ਤਾਂ ਉਹ ਖੁਦ ਨਹੀਂ ਜਾਂਦੇ, ਅਕਾਲ ਤਖਤ ਤੇ SGPC ਦਾ ਅਪੁਆਇੰਟਡ ਜਿਹੜਾ ਜਥੇਦਾਰ ਆ ਉਹਦੇ ਕਬਜ਼ੇ 'ਚ ਹੈ, ਤੇ ਉਹ ਕਿੱਥੇ ਸੱਦੇ? ਤੇ ਐਵੇਂ ਇੱਕ ਨਾਂ ਹੀ ਲੈਣਾ ਹੈ। ਤੇ ਇਸ ਕਰਕੇ ਕੋਈ ਉਹ ਆਪਣੇ ਆਪ ਵਿੱਚ ਹੀ ਕੋਈ ਬਹੁਤਾ ਵਧੀਆ ਕਦਮ ਨਹੀਂ ਸੀ ਜਿਹੜਾ ਚੱਬੇ ਵਿੱਚੋਂ ਕੱਢਿਆ। ਉਹਦੇ ਵਿੱਚ ਉਹਨਾਂ ਨੇ ਚੱਬੇ ਦੀ ਜਿਹੜੀ ਸਰਬੱਤ ਖਾਲਸਾ ਹੋਇਆ ਸੀ, ਉਹਦੇ ਨਾਲ ਉਸ ਵੇਲੇ ਵੀ ਬਾਦਲਾਂ ਦੇ ਵਿਰੁੱਧ ਰਾਜ ਕਰਦੇ ਸੀ, ਬੇਅਦਬੀ ਕਰਕੇ ਬਹੁਤ ਗੁੱਸਾ ਸੀ, ਉਹ ਗੁੱਸੇ ਨੂੰ ਖਾਰਜ ਕੀਤਾ ਸੀਗਾ, ਤੇ ਉਹ ਤਾਂ ਨੁਕਸਾਨ ਕੀਤਾ ਸੀ ਉਦੋਂ ਸਿੱਖਾਂ ਦਾ। ਤੇ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਬਹੁਤਾ ਕੋਈ ਅਹਿਮੀਅਤ ਦਿੱਤੀ ਨਹੀਂ। ਤੇ ਓਵਰਆਲ ਜਿਵੇਂ ਤੁਸੀਂ ਪੰਜਾਬ ਨੂੰ ਇਸ ਸਮੇਂ ਕਿਵੇਂ ਦੇਖ ਰਹੇ ਹੋ? ਖਾਸ ਤੌਰ ਤੇ ਜੇ ਮੈਂ ਪੰਜਾਬ ਦੇ ਯੂਥ ਦੀ ਗੱਲ ਕਰਾਂ ਜੀ, ਜੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਸ ਤੋਂ ਬਾਅਦ ਰਿਐਕਸ਼ਨ ਆਉਂਦਾ ਹੈ, ਯੂਥ ਬਹੁਤ ਵੱਡੇ ਪੱਧਰ ਤੇ ਇਕੱਠ ਹੋ ਰਿਹਾ, ਜਿੱਥੇ ਜਿਵੇਂ ਸਿੱਧੂ ਮੂਸੇਵਾਲਾ ਬਹੁਤ ਵੱਡੇ ਪੱਧਰ ਤੇ ਇਕੱਠ ਹੋਇਆ, ਫਿਰ ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ, ਉੱਥੇ ਬਹੁਤ ਜ਼ਿਆਦਾ ਇਕੱਠ ਹੋ ਗਿਆ ਯੂਥ ਦਾ। ਇੱਕ ਤਾਂ ਬੇਚੈਨੀ ਨਜ਼ਰ ਆ ਰਹੀ ਹੈ, ਕੁਛ ਐਂ ਵੀ ਲੱਗਦਾ ਥੋੜਾ ਡਾਇਰੈਕਸ਼ਨਲੈਸ ਲੱਗ ਰਹੇ ਹੈਗੇ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੈਗੇ? ਦੇਖੋ, ਬੇਚੈਨੀ ਯੂਥ ਵਿੱਚ ਬਹੁਤ ਹੈ ਪੰਜਾਬ ਦੇ ਵਿੱਚ। ਪੰਜਾਬ 'ਚ ਯੂਥ ਦੇ ਬੇਚੈਨੀ ਦਾ ਕਾਰਨ ਇਹ ਵੀ ਸਾਡੀ ਸਿਆਸੀ ਕੋਈ ਉਸ ਕਿਸਮ ਦੀ ਜਮਾਤ ਹੈ ਨਹੀਂ, ਉਸ ਕਿਸਮ ਦੀ ਲੀਡਰਸ਼ਿਪ ਹੈ ਨਹੀਂ ਜਿਹੜੀ ਕਿ ਪੰਜਾਬ ਦੀਆਂ ਮੰਗਾਂ ਨੂੰ ਸਹੀ ਅੱਗੇ ਤਾਂ ਲੈ ਸਕੇ ਜਾਂ ਉਹਨਾਂ ਤੇ ਸਹੀ ਲੜਾਈ ਦੇ ਸਕੇ। ਹਰ ਇੱਕ ਆਪਣੀ ਇਹ ਜਿਹੜੀ ਪਾਵਰ ਪੋਲੀਟਿਕਸ ਲੜਦੇ ਆ, ਪਾਵਰ ਪੋਲੀਟਿਕਸ ਦਾ ਪਹਿਲਾਂ ਹੀ ਇਹ ਅਸੂਲ ਹੁੰਦਾ ਵੀ ਤੁਸੀਂ ਆਪਣੇ ਲਈ ਜਾਤੀ ਪਾਵਰ ਲੈਣੀ ਆ, ਅਸੀਂ ਉਹਦੇ ਲੜ ਰਹੇ ਹਾਂ, ਇਹ ਮੁੱਦਿਆਂ ਲਈ ਨਹੀਂ ਲੜ ਰਹੇ। ਇਹ ਸਾਰੀਆਂ ਪਾਰਟੀਆਂ ਪਾਵਰ ਪੋਲੀਟਿਕਸ 'ਚ ਆਈਆਂ, ਇਹ ਪੰਜਾਬ ਦੇ ਮੁੱਦੇ ਨਹੀਂ ਚੱਕਦੇ। ਪੰਜਾਬ ਵਿੱਚ ਉਹੀ ਪਾਰਟੀ ਸਹੀ ਰਹਿ ਸਕਦੀ ਹੈ ਸਟੇਬਲ ਲੈਵਲ ਤੇ ਸਿਆਸਤ ਵਿੱਚ ਜਿਹੜੀ ਰੀਜਨਲ ਲੈਵਲ ਦੀ ਗੱਲ ਕਰੂ, ਲੋਕਾਂ ਦੀ ਗੱਲ ਕਰੂ, ਪੰਜਾਬੀਆਂ ਦੀ ਕਰੂ, ਪੰਜਾਬ ਦੇ ਰਿਸੋਰਸਿਸ ਦੀ ਕਰੂ, ਔਰ ਲੋਕਾਂ ਦੀ ਗੱਲ ਕਰੂ। ਇਹ ਹਜੇ ਕੋਈ ਨਹੀਂ ਇਹਨਾਂ 'ਚੋਂ ਕਰ ਰਿਹਾ। ਸਭ ਆਪਣੀਆਂ ਪੋਜੀਸ਼ਨਾਂ ਤੇ ਪਾਵਰ ਲੈਣ ਦੇ ਲਈ ਜਾਂ ਵੋਟਾਂ ਲੈਣ ਲਈ ਇਹ ਵੋਟ ਪੋਲੀਟਿਕਸ ਕਰ ਰਹੇ ਆ। ਜਿਵੇਂ ਤੁਸੀਂ ਰੀਜਨਲ ਪਾਰਟੀਆਂ ਦੀ ਗੱਲ ਕਰੀ, ਸ਼੍ਰੋਮਣੀ ਅਕਾਲੀ ਦਲ ਜੀ ਸਭ ਤੋਂ ਮੂਹਰੇ ਹੁੰਦੇ ਸੀ, ਜਾਂ ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਨੈਸ਼ਨਲ ਲੈਵਲ ਤੇ ਰੀਜਨਲ ਪਾਰਟੀਆਂ ਜਾਂ ਨੈਸ਼ਨਲ ਪਾਰਟੀ ਇਕੱਠ ਹੁੰਦਾ ਸੀਗਾ ਜਾਂ ਮੀਟਿੰਗਾਂ ਹੁੰਦੀਆਂ ਸੀਗੀਆਂ। ਹੁਣ ਵੀ ਮੀਟਿੰਗ ਹੋਈ ਹੈ ਜੀ, ਸਾਰੀ ਆਲ ਪਾਰਟੀ ਮੀਟਿੰਗ BJP ਦੇ ਖਿਲਾਫ ਕਹਿ ਲਓ ਉਹਨੂੰ, ਉਹ ਸਾਰੇ ਪਾਰਟੀ ਇਕੱਠ ਹੋਇਆ, ਸ਼੍ਰੋਮਣੀ ਅਕਾਲੀ ਦਲ ਨੂੰ ਉਹ 'ਚ ਬੁਲਾਇਆ ਹੀ ਨਹੀਂ ਗਿਆ ਜੀ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ ਜੀ, ਜਿਹੜਾ ਧਰਮ ਜਦੋਂ ਮੋਰਚਾ ਲੱਗਿਆ ਸੀ ਉਹ ਪੰਜਾਬ ਦੀਆਂ ਮੰਗਾਂ ਲਈ ਲੱਗਿਆ ਸੀ, ਅਨੰਦਪੁਰ ਸਾਹਿਬ ਦੇ ਮਤੇ ਲਈ ਲੱਗਿਆ ਸੀ, ਵੱਧ ਅਧਿਕਾਰਾਂ ਲਈ ਲੱਗਿਆ ਸੀ, ਫੈਡਰਲਿਜ਼ਮ ਲੱਗਿਆ ਸੀ। ਇਸ ਦੇਸ਼ ਦਾ ਇਲਾਜ ਹੀ ਇਹ ਹੈ ਵੀ ਫੈਡਰਲਿਜ਼ਮ ਇੱਥੇ ਹੋਵੇ। ਐਡਾ ਵੱਡਾ ਕੰਟਰੀ ਹੈ, ਇਹ ਇੱਕ ਤਰ੍ਹਾਂ ਦਾ ਕੰਟੀਨੈਂਟ ਲੈਵਲ ਦਾ, ਯੂਰਪ ਦੇ ਕੰਟੀਨੈਂਟ ਜਿੱਡਾ ਤਾਂ ਇਹ ਕੰਟੀਨੈਂਟ ਹੈ, ਸਬ ਕੰਟੀਨੈਂਟ ਹੈ ਇੰਡੀਆ। ਇਹਦੇ ਵਿੱਚ ਉੱਥੇ 15 ਮੁਲਕ ਬਣੇ, ਇੱਥੇ ਸਾਰਾ ਇਹ ਤੁਸੀਂ ਕਿਵੇਂ ਇੱਕ ਥਾਂ ਤੋਂ ਮੈਨੇਜ ਦਿੱਲੀ ਤੋਂ ਕਰੋਗੇ? ਫਿਰ ਇਸੇ ਕਰਕੇ ਦਿੱਲੀ ਦਾ ਸੈਂਟਰਲਿਜ਼ਮ ਬਹੁਤ ਵੱਡਾ ਆ ਗਿਆ, ਉੱਥੇ ਕੇਂਦਰੀਕਰਨ ਪਾਵਰਾਂ ਦਾ ਹੋ ਗਿਆ, ਤੇ ਫੈਡਰਲਿਜ਼ਮ ਚਾਹੀਦਾ। ਫੈਡਰਲਿਜ਼ਮ ਦੀ ਪਹਿਲੀ ਲੜਾਈ ਸੀ ਜਿਹੜੀ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਦੀ, ਉਹ ਧਰਮ ਯੁੱਧ ਮੋਰਚੇ 'ਚ ਸ਼ੁਰੂ ਹੋਈ ਸੀ। ਉਹ ਮੋਰਚਾ ਫੇਲ ਹੋ ਗਿਆ ਜਾਂ ਉਹਦੇ 'ਚੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਨਿਕਲਿਆ। ਉਦੋਂ ਪਿੱਛੋਂ ਅਕਾਲੀ ਦਲ ਨੇ ਦਿੱਲੀ ਨਾਲ ਸਮਝੌਤਾ ਕਰ ਲਿਆ, ਸਾਰੀਆਂ ਮੰਗਾਂ, ਅਨੰਦਪੁਰ ਸਾਹਿਬ ਦਾ ਮਤਾ ਛੱਡਿਆ, ਸਾਰੀਆਂ ਮੰਗਾਂ ਛੱਡੀਆਂ ਜਿਹੜੀਆਂ ਰੀਜਨਲਿਜ਼ਮ ਦੀਆਂ ਸੀਗੀਆਂ ਸਾਰੀਆਂ, ਤੇ ਤੁਸੀਂ ਉਹਨਾਂ ਦੇ ਜਿਹੜਾ ਕੇਂਦਰੀਵਾਦ ਸੀ ਉਸ ਏਜੰਡੇ ਤੇ ਕੰਮ ਕਰ ਲਿਆ। ਦਿੱਲੀ ਨੂੰ ਕੋਈ ਇਤਰਾਜ਼ ਨਹੀਂ, ਭਾਵੇਂ ਉੱਥੇ ਕਾਂਗਰਸ ਬੈਠੀ ਹੈ ਤੇ ਭਾਵੇਂ BJP ਬੈਠੀ ਹੈ, ਜਿਹੜਾ ਉਹਨਾਂ ਦੇ ਏਜੰਡੇ ਤੇ ਰਾਜ ਕਰੂਗਾ ਉਹ ਆ ਜੇ, ਉੱਥੇ ਪੰਜਾਬ 'ਚ ਰਾਜ ਕਰਾ ਦੇਣਗੇ। ਕਰਾਇਆ ਬਾਦਲ ਨੂੰ। ਜਦੋਂ ਤੁਸੀਂ ਆਪਣਾ ਏਜੰਡਾ ਛੱਡ ਕੇ ਹੀ ਰਾਜ ਕਰਦੇ ਹੋ ਤੇ ਤੁਹਾਨੂੰ ਆਪੋਜੀਸ਼ਨ ਨੂੰ ਪਤਾ ਵੀ ਹੁਣ ਇਹ ਤੁਸੀਂ BJP ਦੇ ਬੰਦੇ ਹੋ, ਬਹੁਤ ਸਾਲਾਂ ਦਾ ਓਪਨ ਤੁਹਾਡਾ ਉਹਨਾਂ ਨਾਲ ਚੱਲ ਰਿਹਾ ਹੈ। ਅਨਕੰਡੀਸ਼ਨ ਦਾ ਮਤਲਬ, ਅਨਕੰਡੀਸ਼ਨਲ ਜਿਹੜੀ ਸਪੋਰਟ ਸੀ ਉਹਦਾ ਅਨਕੰਡੀਸ਼ਨਲ ਦਾ ਮਤਲਬ ਹੁੰਦਾ ਤੁਸੀਂ ਸਰੈਂਡਰ ਕੀਤਾ। ਇਸ ਕਰਕੇ ਤੁਸੀਂ ਦਿੱਲੀ ਤੋਂ ਤੁਹਾਨੂੰ ਲੱਗਿਆ ਵੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਹੋਇਆ ਇਦੋਂ ਪਿੱਛੋਂ ਅਸੀਂ ਕੁਝ ਨਹੀਂ ਕਰ ਸਕਦੇ, ਤੇ ਤੁਸੀਂ ਸਰੈਂਡਰ ਕਰ ਗਏ। ਅਕਾਲੀ ਦਲ ਸਰੈਂਡਰ ਕਰ ਗਿਆ। ਉਹ ਸਰੈਂਡਰ ਦੀ ਪੋਲੀਟਿਕਸ ਹੈ, ਇੱਕ ਹਾਰੀ ਹੋਈ ਪੋਲੀਟਿਕਸ ਅਕਾਲੀ ਦਲ ਖੇਡਦਾ ਰਿਹਾ
ਪੰਜਾਬ 'ਚੋਂ ਹਾਰੀ ਹੋਈ ਪੋਲਿਟਿਕਸ ਰਾਜ ਕਰਨ ਲਈ। ਤਾਂ ਫਿਰ ਅੱਗੇ ਵੀ ਸੂਬੇਦਾਰੀ ਲਈ ਆ ਦਿੱਲੀ ਤੋਂ, ਉਹਨੇ ਉਸੇ ਸੂਬੇਦਾਰੀ ਉੱਤੇ ਰਾਜ ਕੀਤਾ। ਫਿਰ ਉਹਦੀ ਦੇਸ਼ ਦੀ ਪੋਲਿਟਿਕਸ 'ਚ ਕੀ ਰਹਿ ਜੇ? ਕਿੱਥੇ ਇਹ ਲੀਡ ਕਰਦਾ ਹੁੰਦਾ ਸੀ ਰੀਜਨਲਿਜ਼ਮ ਤੇ ਜਾਂ ਫੈਡਰਲਿਜ਼ਮ ਤੇ? ਅਕਾਲੀ ਦਲ ਲੀਡ ਕਰਦਾ ਰਿਹਾ ਪਹਿਲੇ 30 ਸਾਲ 35 ਸਾਲ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਜ਼ੀਰੋ ਹੋ ਗਿਆ। ਇਹ ਹੈ ਇਹਦਾ ਕਾਰਨ। ਇਸ ਕਰਕੇ ਤੁਸੀਂ ਪ੍ਰੈਫਰ ਕੀ ਕਰਦੇ ਹੋ? ਜੇ ਤੁਸੀਂ ਕਹੋ ਵੀ ਰਾਜ ਹੀ ਕਰਨਾ ਹੈ, ਰਾਜ ਕਰਨ ਨੂੰ ਪ੍ਰੈਫਰੈਂਸ ਦੇਣੀ ਹੈ, ਤਾਂ ਫਿਰ ਇਹੀ ਹਾਲ ਹੋਊਗਾ। ਤੁਸੀਂ ਫਿਰ ਤੁਹਾਨੂੰ ਆਪੋਜੀਸ਼ਨ 'ਚ ਨਹੀਂ ਜਾ ਸਕਦੇ। ਜੀ, ਤੇ ਆਮ ਆਦਮੀ ਪਾਰਟੀ ਦਾ ਜਿਹੜੇ ਹੁਣ ਤੱਕ ਦਾ ਛੋਟਾ ਜਿਹਾ ਟੈਨਿਓਰ ਹੈ 5 ਸਾਲ ਦੀ ਸਰਕਾਰ ਦਾ, ਉਹਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਆਮ ਆਦਮੀ ਪਾਰਟੀ ਬੀਜੇਪੀ ਤੇ ਅਕਾਲੀ ਦਲ ਤੇ ਕਾਂਗਰਸ ਦੋਨਾਂ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਸੀ ਸਿਆਸੀ ਲੈਵਲ ਤੇ ਰਹੀ, ਉਹਦੀ ਰਿਜੈਕਸ਼ਨ ਦੇ ਰੂਪ ਚ ਆਈ ਇਹ ਸਾਰੀ। ਉਹਨੂੰ ਤੁਸੀਂ ਰੱਦ ਕੀਤਾ ਤੇ ਉਹਦੇ ਰੂਪ ਚ ਇਹ ਸਾਰਾ ਆਇਆ ਸੀਗਾ ਆਮ ਆਦਮੀ ਪਾਰਟੀ। ਤੇ ਆਮ ਆਦਮੀ ਤਾਂ ਕੋਈ ਮੈਨੀਫੈਸਟੋ ਨਹੀਂ ਲੈ ਕੇ ਆਈ, ਕੋਈ ਏਜੰਡਾ ਨਹੀਂ ਲੈ ਕੇ ਆਈ। ਅਸੀਂ ਦੇਵਾਂਗੇ ਕਲੀਨ ਐਡਮਿਨਿਸਟ੍ਰੇਸ਼ਨ, ਦੇਵਾਂਗੇ ਕਲੀਨ ਦੇਵਾਂਗੇ। ਉਹ ਕਲੀਨ ਕਿੰਨੀ ਕੁ ਦੇ ਰਹੇ ਆ ਤੁਹਾਡੇ ਸਾਹਮਣੇ ਹੀ ਹੈ। ਤੇ ਇਸ ਕਰਕੇ ਕੋਈ ਬਹੁਤਾ ਏਜੰਡਾ ਨਹੀਂ, ਇਹਦਾ ਪੋਲੀਟੀਕਲ ਦਾ ਏਜੰਡਾ ਹੀ ਨਹੀਂ ਲਿਆਈ ਕਿਸੇ ਕਿਸਮ ਦਾ। ਤੇ ਨੌਕਰੀਆਂ ਦੇਵਾਂਗੇ ਕਰਾਂਗੇ, ਉਹ ਦੇਖੋ ਕਿੰਨਾ ਕੁ ਦਿੰਦੇ ਆ। ਇਸ ਕਰਕੇ ਤਾਂ ਸਟਾਪ ਗੈਪ ਅਰੇਂਜਮੈਂਟ ਹੈ। ਸਹੀ ਪੋਲੀਟੀਕਲ ਕੋਈ ਨਾ ਕੋਈ ਇੱਥੇ ਫਾਰਮੇਸ਼ਨ ਤਾਂ ਬਣੂਗੀ ਜੋ ਸਹੀ ਪੰਜਾਬ ਦੇ ਮੰਗਾਂ ਨਾਲ ਵਚਨਬੱਧ ਹੋ ਕੇ ਇੱਥੇ ਇਲੈਕਸ਼ਨ ਲੜੇ ਤੇ ਉਹ ਉਸੇ ਤੇ ਪੋਲਿਟਿਕਸ ਕਰੇ। ਜੀ ਤਾਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਜਸਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ।